अस्सलाम वालेकुम दोस्तों, की हाल चाल जे ठीक ठाक हो। मुर्गियां ਦਾ ਸੀਜ਼ਨ ਸ਼ੁਰੂ ਅੱਲਾ ਖੈਰ ਕਰੇ। ਤੇ ਅੱਜ ਜਿਹੜੀ ਅਸੀਂ ਗੱਲ ਕਰਨੀ ਹੈ ਨਾ ਭਾਈ ਨਾਲ, ਉਹ ਹੈ ਕਿ ਮੁਰਗੀਆਂ ਤਿਆਰ ਕਰਨ ਦਾ ਫਾਰਮੂਲਾ ਦੱਸੋ ਸਾਨੂੰ ਜਰਾ। ਕਿ ਮੁਰਗੀਆਂ ਅਕਸਰ ਕਈਆਂ ਨੂੰ ਨਹੀਂ ਪਤਾ ਹੁੰਦਾ ਤੇ ਉਹ ਬਿਮਾਰ ਕਰਕੇ ਬਹਿ ਜਾਂਦੇ ਨੇ, ਮਾਰ ਕੇ ਬਹਿ ਜਾਂਦੇ ਨੇ, ਫਿਰ ਕਹਿੰਦੇ ਨੇ ਜਨਾਬ ਮੁਰਗੀਆਂ ਉਹ ਫੇਰੀ ਵਾਲੇ ਕੋਲ ਲਈਆਂ ਸੀ ਤੇ ਮਰ ਗਈਆਂ। ਇਹ ਤਾਂ ਕੰਮ ਹੀ ਨਹੀਂ ਠੀਕ ਹੈਗਾ। ਠੀਕ ਹੈ ਨਾ। ਕੋਸ਼ਿਸ਼ ਕਿਉਂਕਿ ਅੱਜ ਕੱਲ੍ਹ ਸਾਡੇ ਜ਼ਿਆਦਾਤਰ ਲੋਕ ਜਿਹੜੇ ਨਾ 40 ਤੋਂ 50 100 ਮੁਰਗੀ ਲੈਂਦੇ ਨੇ ਤੇ ਆਪਣਾ ਸਕੂਨ ਨਾਲ ਸੀਜ਼ਨ ਲਾਉਂਦੇ ਨੇ ਆਂਡੇ ਦਾ। ਤੇ ਇਹ ਬਹੁਤ ਅੱਛਾ ਕੰਮ ਹੈਗਾ ਜੇ, ਬਹੁਤ ਜ਼ਬਰਦਸਤ ਕੰਮ ਹੈਗਾ। ਮਾਈਆਂ ਬੀਬੀਆਂ ਘਰ ਦੇ ਵਿੱਚ ਕਰ ਸਕਦੀਆਂ ਨੇ। ਜ਼ਰੂਰੀ ਨਹੀਂ ਕਿ ਬੰਦਾ ਹੀ ਉਹਦੇ ਉੱਤੇ ਬੈਠੇ ਤੇ ਬੰਦਾ ਹੀ ਕਰ ਸਕੇ, ਨਹੀਂ ਮਾਈਆਂ ਬੀਬੀਆਂ ਭੈਣਾਂ ਸਾਰੀਆਂ ਮਤਲਬ ਕਿ ਘਰ ਦੇ ਵਿੱਚ ਕਰ ਸਕਦੀਆਂ ਇਸਤੇਮਾਲ। 100 150 200 ਮੁਰਗੀ, ਕੋਈ ਏਡੀ ਜ਼ਿਆਦਾ ਮੁਰਗੀ ਨਹੀਂ ਹੁੰਦੀ ਹੈਗੀ। ਠੀਕ ਹੈ ਨਾ। ਲੇਕਿਨ ਹੈ ਕਿ ਘਰ ਦਾ ਰੋਜ਼ੀ ਰੋਟੀ ਜਿਹੜੀ ਨਾ ਚੱਲ ਸਕਦੀ ਹੈ। ਭਾਈ ਬੱਗਾ ਜਨਾਬ ਇੱਥੇ ਕੱਦੂ ਲਾਏ ਦੇ ਨੇ, ਤਕਰੀਬਨ 3 ਤੋਂ 4 ਕਿੱਲਾ ਲਾਈ ਦੇ ਨੇ। ਰੋਜ਼ਾਨਾ ਦਾ 1000 1500 ਰੁਪਏ ਵੱਟਦੇ ਪਏ ਨੇ ਕੱਦੂਆਂ ਦਾ। ਤੁਸੀਂ ਮੈਂ ਤੁਹਾਨੂੰ ਇੱਕ ਕਲਿੱਪ ਦੱਸਿਆ ਸੀ, ਕੱਦੂ ਟਹਿਲੀ ਦੇ ਉੱਤੇ ਚੜ੍ਹ ਕੇ ਜਨਾਬ ਹੁਣੀ ਕੱਦੂ ਲਾਉਣ ਦੇ ਸੀ ਤੇ ਤੁਸੀਂ ਵੇਖਿਆ ਹੋਏਗਾ। ਗੱਲ ਕਰਨ ਦਾ ਮਕਸਦ ਸਿਰਫ ਇਹ ਹੈ ਕਿ ਜਨਾਬ ਇਹ ਛੋਟੇ ਛੋਟੇ ਕੰਮ ਨੇ ਜਿਹੜੇ ਘਰ ਦੀ ਰੋਟੀ ਰੋਜ਼ੀ ਚਲਾ ਸਕਦੇ ਨੇ। ਤੇ ਜਿਹੜੀ ਤੁਹਾਡੀ ਆਪਣੀ ਤਨਖਾਹ ਆ ਜਾਂ ਜਿਸ ਕੰਮ ਤੇ ਤੁਸੀਂ ਲੱਗੇ ਹੋਏ ਹੋ, ਉਹ ਜਿਹੜੇ ਪੈਸੇ ਤੁਸੀਂ ਬੱਝੇ ਆਪਣੇ ਕੋਲ ਰੱਖ ਸਕਦੇ ਹੋ। ਅਸੀਂ ਇਸ ਤਰ੍ਹਾਂ ਦੇ ਕੋਈ ਛੋਟੇ ਛੋਟੇ ਫਾਰਮੂਲੇ ਤੁਹਾਡੇ ਵਾਸਤੇ ਲੈ ਕੇ ਆਉਂਦੇ ਪਏ ਹਾਂ, ਤਾਂ ਕਿ ਤੁਸੀਂ ਮਤਲਬ ਕਿ ਜਿਹੜੀ ਮਹਿੰਗਾਈ ਚੱਲ ਰਹੀ ਹੈ ਤੁਹਾਨੂੰ ਕਿਸੇ ਕਿਸਮ ਦੀ ਮਹਿੰਗਾਈ ਮਹਿਸੂਸ ਨਾ ਹੋਵੇ। ਅਗਰ ਤੁਹਾਡੇ ਕੋਲ ਪੈਸੇ ਨੇ ਤਾਂ ਤੁਹਾਨੂੰ ਮਹਿੰਗਾਈ ਮਹਿਸੂਸ ਨਹੀਂ ਹੋਏਗੀ। ਅਗਰ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤਾਂ ਤੁਹਾਨੂੰ ਇੱਕ 10 ਰੁਪਏ ਦਾ ਪਿਆਜ਼ ਲੈਣਾ ਬਹੁਤ ਔਖਾ ਹੋ ਜਾਂਦਾ, ਤੁਹਾਨੂੰ ਬਹੁਤ ਮਹਿੰਗਾ ਲੱਗੇਗਾ। ਇਸ ਕਰਕੇ ਅਸੀਂ ਕੋਈ ਛੋਟੇ ਛੋਟੇ ਫਾਰਮੂਲੇ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਾਂ ਕਿ ਜਨਾਬ ਛੋਟੇ ਜਿਹੜੇ ਸਾਡੇ ਫਾਰਮਰ ਨੇ, ਛੋਟੇ ਜਿਹੜੇ ਲੋਕ ਨੇ, ਇਹ ਕਰ ਲੈਣ। ਜਿਹੜੇ ਵੱਡੇ ਵੱਡੇ ਫਾਰਮ ਵਾਲੇ ਉਹਨਾਂ ਕੋਲ ਤੇ ਲੱਖਾਂ ਕਰੋੜਾਂ ਰੁਪਈਆ ਆ ਤੇ ਉਹਨਾਂ ਨੂੰ ਤਾਂ ਜ਼ਰੂਰਤ ਨਹੀਂ ਹੈਗੀ, ਨਾਲੇ ਕਿਸੇ ਗੱਲ ਹੀ ਨਹੀਂ ਸੁਣਦੇ। ਉਹਨਾਂ ਕੋਲ ਤੇ ਆਪਣੇ ਆਪਣੇ ਬੜੇ ਬੜੇ ਤਗੜੇ ਤਗੜੇ ਡਾਕਟਰ ਹੈਗੇ ਨੇ। ਲੇਕਿਨ ਅਸੀਂ ਸਾਡੇ ਕੋਲ ਦੇਸੀ ਬੰਦਾ ਹੈਗਾ। ਅਸੀਂ ਛੋਟੇ ਛੋਟੇ ਲੋਕਾਂ ਵਾਸਤੇ ਜਿਹੜੇ ਕਿ ਪਿੰਡਾਂ ਦੇ ਵਿੱਚ ਗਲੀਆਂ ਮੁਹੱਲਿਆਂ ਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ, ਕੰਮ ਕਰਦੇ ਵੀ ਪਏ ਨੇ ਲੇਕਿਨ ਮਾਰ ਕੇ ਬਹਿ ਜਾਂਦੇ ਨੇ, ਕੰਮ ਨੁਕਸਾਨ ਕਰ ਲੈਂਦੇ ਨੇ। ਅਸੀਂ ਚਾਹੁੰਦੇ ਕਿ ਉਹਨਾਂ ਦਾ ਨੁਕਸਾਨ ਨਾ ਹੋਵੇ। ਅੱਜ ਭਾਈ ਬੱਗੇ ਕੋਲ ਪੁੱਛਣਾ ਸਰਕਾਰ ਕਿ ਮੁਰਗੀ ਤਿਆਰ ਕਰਨ ਦਾ ਫਾਰਮੂਲਾ ਕੋਈ ਹੈ ਕਿ ਜਿਹਦੇ ਨਾਲ ਮੁਰਗੀ ਤੰਦਰੁਸਤ ਰਵੇ ਔਰ ਆਂਡੇ ਤੱਕ ਤੰਦਰੁਸਤ ਰਵੇ ਔਰ ਆਂਡੇ ਤੋਂ ਬਾਅਦ ਵੀ ਤੰਦਰੁਸਤ ਰਵੇ। ਠੀਕ ਹੈ ਨਾ। ਤੇ ਕੋਈ ਐਸਾ ਫਾਰਮੂਲਾ ਸਾਨੂੰ ਭਾਈ ਬੱਗੇ ਦੱਸੋ। ਗੱਲ ਇਸ ਤਰ੍ਹਾਂ ਕਿ ਦਾਦ ਬਾਈ, ਜੇ ਇਸ ਟਾਈਮ ਤੁਸੀਂ ਮੁਰਗੀ ਕਿਸੇ ਜਗ੍ਹਾ ਤੋਂ ਦੂਸਰੀ ਲਿਆ ਕੇ ਆਣੀ ਆ ਨਾ, ਹਾਂ ਠੀਕ ਹੈ, ਕਿਸੇ ਫੇਰੀ ਵਾਲੇ ਕੋਲ ਲੈਣੀ ਆ ਜਾਂ ਕਿਸੇ ਫਾਰਮ ਤੋਂ ਲੈਣੀ ਆ, ਠੀਕ ਹੈ। ਉਹ ਘਰ ਤੇ ਕਹਿੰਦੇ ਕਢਾਈ ਨਹੀਂ ਹੋਣੀ, ਬਾਹਰੋਂ ਕਿਤੇ ਨਾ ਕਿਤੇ ਤੇ ਖਰੀਦਣੀ ਪੈਣੀ ਆ। ਜੇ ਇਸ ਟਾਈਮ ਤੁਸੀਂ ਮੁਰਗੀ ਲੈ ਕੇ ਲਿਖਿਆ ਕਿ ਤੁਸੀਂ ਆਪਣੇ ਘਰ ਆਓਗੇ ਨਾ, ਹਾਂ, ਉਹਨੂੰ ਆਂਦੇ ਹੀ ਇੱਕ ਮੁਫਤ ਜਿਹੜੇ ਪੁਰਾਣੇ ਸਲੋਤਰਖਾਨੇ ਹਸਪਤਾਲ ਹੁੰਦੇ ਆ ਨਾ ਸ਼ਹਿਰਾਂ ਦੇ ਵਿੱਚ ਹੁੰਦਾ ਸਲੋਤਰਖਾਨਾ, ਉੱਥੇ ਜਾ ਕੇ 10 ਰੁਪਏ ਦੀ 10 ਰੁਪਏ ਦੋ ਜਾਂ ਮੁਫਤ ਹੀ ਦੇ ਦਿੰਦੇ। ਠੀਕ ਹੈ। ਤੇ ਉਹਨਾਂ ਨੂੰ ਕਹੋ ਜਾਂ ਅਸੀਂ ਸਾਨੂੰ ਇੱਕ ਵੈਕਸੀਨ ਦਿਓ, ਅਸੀਂ 150 ਮੁਰਗੀ ਰੱਖੀ ਦੀ ਆ। ਠੀਕ ਹੈ। ਉਹ ਤੁਹਾਨੂੰ ਅੰਦਰੋਂ ਉਹਨਾਂ ਵੈਕਸੀਨ ਇੱਕ ਦੇ ਦੇਣਗੇ ਬਰਫ਼ ਚ ਪਾ ਕੇ। ਠੀਕ ਹੈ। ਉਹਨੂੰ ਆਂਦੇ ਤੁਸੀਂ ਆ ਕੇ ਨਾ ਤੇ ਪਾਣੀ ਦਾ ਟੱਪ ਇੱਕ ਲੈ ਕੇ ਨਾ, ਤੇ ਉਹਦੇ ਵਿੱਚ ਪਹਿਲੇ ਕੋਈ ਦਾਣਾ ਪਾਣੀ ਚੂਚਾ ਕੇ ਸੁੱਟ ਦੇਣਾ। ਅੱਛਾ। ਉਹਨਾਂ ਕੋਲ ਪਾਣੀ ਚੁੱਕ ਲੈਣਾ ਠੀਕ ਹੈ। ਤੇ ਪਾਣੀ ਚੁੱਕ ਜਦੋਂ ਲੈਣਾ ਤੇ ਉਸ ਤੋਂ ਬਾਅਦ ਘੰਟੇ ਉਹਨੂੰ ਪਿਆਸ ਲਵਾਉਣੀ ਹੈ। ਘੰਟੇ ਕੇ ਬਾਅਦ ਉਹ ਛੋਟਾ ਜਿਹੀ ਦਵਾਈ ਹੈ ਨਾ, ਜਿੰਨਾ ਵੇਖੋ ਪਾਣੀ ਆਰਾਮ ਨਾਲ ਪੀ ਲੈਣਗੇ। ਹਾਂ। ਉਹਨਾਂ ਕੇ ਟੱਪ ਚ ਪਾਣੀ ਪਾ ਕੇ 5-7 ਕਿਲੋ, ਠੀਕ ਹੈ, ਉਹਦੇ ਵਿੱਚ ਉਹ ਵੈਕਸੀਨ ਖੋਲ ਦੇਣੀ ਹੈ। ਉਹਦੇ ਵਿੱਚ ਅੱਧਾ ਕੱਪ ਦੁੱਧ ਦਾ ਪਾ ਲੈਣਾ। ਠੀਕ ਹੈ। ਬਾਅਦ ਚ ਉਹਨਾਂ ਦਾ ਅੱਗੇ ਰੱਖਣੇ ਚ ਹਰ ਚੂਚੇ ਨੇ ਪਾਣੀ ਪੀ ਲੈਣਾ। ਠੀਕ ਹੈ। ਵੈਕਸੀਨ ਕਰਨ ਤੋਂ ਪਹਿਲੇ ਉਹਨਾਂ ਨੂੰ ਅੰਦਰ ਕਮਰੇ ਚ ਢੱਕ ਲੈਣਾ ਵਾ। ਠੀਕ ਹੈ। ਉਹਨੂੰ ਬਾਹਰ ਨਹੀਂ ਜਾਣ ਦੇਣਾ। ਠੀਕ ਹੈ। ਤਾਂ ਕਿ ਸਾਰਾ ਪਾਣੀ ਪੀਵੇ ਤੇ ਕਮਰੇ ਦੇ ਅੰਦਰ ਹੀ ਪੀਵੇ। ਠੀਕ ਹੈ। ਉਹ ਜਦੋਂ ਕਮਰੇ 'ਚ ਉਹਦੀ ਸਮਝੋ ਕੋਈ ਵੈਕਸੀਨ ਹੋਈ ਨਹੀਂ ਹੋ ਗਈ, ਉਸ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਕਰਨਾ, ਅਗਰ 100 ਮੁਰਗੀ ਆਣੀਆਂ ਜਾਂਦੀਆਂ ਨਾ ਤੇ ਤੁਸੀਂ ਉਹਦੀ ਜਗ੍ਹਾ 100 ਫੁੱਟ ਮਿਲ ਲੈਣੀ ਹੈ। ਠੀਕ ਹੈ। ਮਰਬਾ। ਠੀਕ ਹੈ। ਉਹਦੇ ਵਿੱਚ ਉਹਨੂੰ ਜਾਲੀ ਲਾ ਕੇ ਕਵਰ ਕਰਨਾ। ਅਗਰ 150 ਫੁੱਟ ਹੋਏ ਤਾਂ ਕੋਈ ਗੱਲ ਨਹੀਂ। ਹਾਂ ਠੀਕ ਹੈ। ਉਹ ਜਲਦੀ ਬੈੱਡ ਸੁੱਕ ਜਾਏਗਾ। ਠੀਕ ਹੈ। ਲੇਕਿਨ ਇਹ ਨਹੀਂ ਕੋਈ ਖੁੱਲੀ ਫਜ਼ਾ 'ਚ ਨਹੀਂ ਛੱਡ ਦੇਣਾ ਨਾ। ਠੀਕ। ਅਗਰ ਆਂਡਾ ਲੈਣਾ, ਕਾਰੋਬਾਰ ਕਰਨਾ, ਇਹ ਨਹੀਂ ਹੋਵੇ ਇਹ 100 ਮੁਰਗੀ ਹੋਏ ਤੇ ਆਂਡੇ ਤਾਂ 30 ਆਂਡੇ ਚੁੱਕਾ। ਆਹੋ ਤੇ ਖੁਰਾਕ ਤੁਹਾਡੀ ਇੰਨੀ ਜ਼ਿਆਦਾ ਖਰਚਾ ਜ਼ਿਆਦਾ ਹੋ ਜੇ, ਉਹਦਾ ਵਜ਼ਨ ਨਹੀਂ ਕਰਾਉਣਾ। ਠੀਕ ਹੈ। ਉਹਦੀ ਵਰਜਿਸ਼ ਵੀ ਰੱਖਣੀ ਆ। ਉਹਨੂੰ ਜਿਹੜੀ ਨਾ ਫੀਡ ਮਿਹਨਤ ਤੋਲ ਕੇ ਪਾਣੀ ਹੈ। 100 ਗ੍ਰਾਮ ਪਾਣੀ ਤੁਸੀਂ ਸਵੇਰ ਸ਼ਾਮ। 50 ਗ੍ਰਾਮ ਉਹਨੂੰ ਸਵੇਰ ਪਾਣੀ ਆ। ਅਗਰ 50 ਗ੍ਰਾਮ ਉਹ ਆਰਾਮ ਨਾਲ ਖਾ ਜੇ ਤੇ 10 ਗ੍ਰਾਮ ਉਹਦੀ ਵਧਾ ਦੇਣੀ ਹੈ। ਨਹੀਂ ਖਾਏ ਤੇ ਉਹਦੀ 50 ਹੀ ਰਹਿਣ ਦੇਣੀ, 40 ਵੀ ਕਰ ਦੇਣੀ ਕੋਈ। ਠੀਕ ਹੈ। 1 ਘੰਟੇ ਤੋਂ ਬਾਅਦ ਉਹਦੀ ਫੀਡ ਦੱਬੇ ਚੁੱਕ ਦਿੱਤੇ। ਠੀਕ ਹੈ। ਸਵੇਰ ਪਾਣੀ ਸੂਰਜ ਚੜ੍ਹਦੇ। ਠੀਕ ਹੈ। ਫੇਰ ਪਾਣੀ 3-4 ਵਜੇ ਨਾਲ। ਸਮਝੋ ਕਿ ਮੁਰਗੀ ਤੁਹਾਡੇ ਮਗਰ ਫਰੈਂਡ ਹੈ ਵੀ ਹੈ ਨਾ, ਉਦੋਂ ਦੇ ਅੱਗੇ ਤੁਸੀਂ ਪਾ ਦਿਓ। ਠੀਕ ਹੈ। ਦੂਸਰੇ ਨੰਬਰ ਤੇ ਉਹਦਾ ਜਿਹੜਾ ਨਾ ਮੁਰਗੀ ਦਾ ਬੈੱਡ ਇੰਚੀ ਤੋਂ ਹਰ ਟਾਈਮ ਉਹਦੇ ਤੋਂ ਪਾਉਣ ਤੋਂ ਪਹਿਲੇ ਥੱਲੇ ਕੱਸੂ ਸੁਕਾ ਕੇ ਪਾਣਾ। ਠੀਕ ਹੈ। ਉਹਦੇ ਤੋਂ ਬੈੱਡ ਦਾ ਗਿੱਲਾ ਨਹੀਂ ਹੁੰਦਾ ਜਿੰਨਾ ਤੱਕ ਤੁਸੀਂ ਮੁਰਗੀ ਅੰਦਰ ਰੱਖਣੀ। ਚੰਦ ਲੋਕ ਜਿਹੜੇ ਨਾ 2-4-5 ਦਿਨ 10 ਦਿਨ ਜਾਂ ਮਹੀਨਾ ਉਹ ਬਹੁਤ ਜ਼ਿਆਦਾ ਕੇਅਰ ਕਰਨਗੇ, ਉਸ ਤੋਂ ਬਾਅਦ ਥੱਕ ਜਾਣਗੇ, ਕੇਅਰ ਕਰਨੀ ਛੱਡ ਦੇਣਗੇ। ਇਹਦੀ ਕੇਅਰ ਤੁਸੀਂ ਹਰ ਹਾਲ ਦੇ ਵਿੱਚ ਹਰ ਰੋਜ਼ ਕਰਨੀ ਹੈ। ਰੋਜ਼ਾਨਾ ਉਹਦਾ ਬੈੱਡ ਚੈੱਕ ਕਰਨਾ, ਬੈੱਡ ਕਿਸ ਤਰੀਕੇ ਦਾ ਉਹਦਾ। ਭਾਈ ਨੇ ਦੱਸਿਆ ਕਿ ਬੈੱਡ ਖੁਸ਼ਕ ਹੋਣਾ ਚਾਹੀਦਾ। ਬੈੱਡ ਵਾਸਤੇ ਖੁਸ਼ਕ ਕਰਨ ਵਾਸਤੇ ਕੀ ਹੈ, ਤੋ ਦਾ ਤੁਸੀਂ ਜ਼ਿਆਦਾ ਇਸਤੇਮਾਲ ਕਰਨਾ। ਉਹਦੇ ਵਿੱਚ ਤੁਸੀਂ ਹੋਰ ਕਰਨੀ ਹੈ ਇੱਕ ਬਾਈਤ ਹੋਰ
ਕਿ ਕਈ ਟਾਈਮ ਬੰਦਾ ਲਗਾਤਾਰ ਫੀਡ ਵੀ ਨਹੀਂ ਪਾ ਸਕਦਾ, ਠੀਕ ਹੈ। ਕਿਉਂਕਿ 150 ਮੁਰਗੀ ਵਾਸਤੇ ਇਸ ਤਰ੍ਹਾਂ ਨਾ ਕਿ ਲਾਗੇ ਛਾਗੇ ਜੇ ਮੰਡੀ ਤੁਹਾਡੇ ਹੋਵੇ ਤੇ ਗਲੀ ਫੜੀ ਸਬਜ਼ੀ ਦੀ ਇੱਕ ਟੋਕਰੀ ਇੱਕ ਲਿਆ ਕੇ ਨਾ, ਅੱਛਾ, 2-4 ਕਿਲੋ ਸੋਸ਼ਲ ਨਹੀਂ ਕਰਨੀ ਸਾਈਡ ਇੱਕ ਤੇ, ਠੀਕ ਹੈ, ਇੱਕ ਨੁੱਕਰ ਚ ਦਾ ਕੇ ਉੱਥੇ ਉਹ ਰਾਜੂ ਜੀ ਖਾ ਕੇ ਆ ਜਾਣ। ਠੀਕ ਹੈ। ਫਿਰ ਦੂਸਰਾ ਉਹਦਾ ਇੱਕ ਕੰਮ ਹੋਰ ਕਰਨਾ ਕਿ ਜਦੋਂ ਸਾਉਣ ਭਾਦੋ ਆਏ ਨਾ ਤੇ ਲਾਗੇ ਛਾਗੇ ਬਾਗ ਆਮ ਹੁੰਦੇ ਨੇ, ਬਾਗ ਹੁੰਦੇ ਨੇ ਬਿਲਕੁਲ, ਜਿਸ ਤਰ੍ਹਾਂ ਕਰੇਟ ਇੱਕ ਲੈ ਕੇ ਤੋੜਾ ਇੱਕ ਲੈ ਕੇ ਨਾ ਕੋਈ 10-20 ਕਿਲੋ ਅਮਰੂਦ ਲਿਆ ਕੇ ਨਾ ਗਲੇ ਫੜੇ ਤੇ ਉਹ ਇੱਕ ਨੁਕਰੇ ਸੋਸ਼ਲ ਨੇ ਕਰਨੇ, ਠੀਕ ਹੈ, ਤਾਂ ਕਿ ਇੱਕ ਟਾਈਮ ਖੁਰਾਕ ਦਾ ਖਰਚਾ ਉਹ ਚੁੱਕ ਜਾਣ ਕਰਨਗੇ, ਇੱਕ ਟਾਈਮ ਫੀਡ ਪਾ ਲੈਣਗੇ, ਫੀਡ ਪਾਣੀ ਛੱਡਣੀ ਨਹੀਂ। ਠੀਕ ਹੋ ਗਿਆ। ਸਿਆਲ ਚ ਵੀ ਜਦੋਂ ਕੋਰੇ ਪੈਂਦੇ ਆ ਹਾਂ ਉਦੋਂ ਬਹੁਤ ਜ਼ਿਆਦਾ ਉਦੋਂ ਵੀ ਅਮਰੂਦ ਮਿਲ ਜਾਂਦਾ, ਉਦੋਂ ਵੀ ਅਮਰੂਦ ਲੱਭ ਜਾਂਦਾ, ਬਿਲਕੁਲ ਠੀਕ ਹੈ, ਠੀਕ ਹੈ। ਇਸ ਤਰ੍ਹਾਂ ਹੀ ਮੰਡੀਆਂ 'ਚ ਵੀ ਲੱਭ ਜਾਂਦਾ, ਸਬਜ਼ੀਆਂ ਵੀ ਗਲੀ ਤੇ ਲੱਭ ਜਾਂਦੀਆਂ ਨੇ। ਜਿਹੜਾ ਫੇਰੀਆਂ ਤੁਹਾਡੇ ਗਲੀ ਮਹੱਲੇ 'ਚ ਅਮਰੂਦ ਵੇਚਣ ਆਵੇ ਨਾ, ਉਹ ਕਹਿੰਦਾ ਭਾ ਕਿੱਥੇ ਕਿ ਤੇਰਾ ਬਾਗ ਆ ਜਾਂ ਕਿੱਥੋਂ ਕਿ ਲਿਆਣਾ ਵਾ, ਠੀਕ ਹੈ, ਉਹ ਦੱਸੇਗਾ ਫਲਾਣੇ 1-2 ਕਿਲੋਮੀਟਰ ਦੂਰ ਤੱਕ ਦੱਸੇਗਾ। ਹਾਂ ਇੰਨੀ ਦੂਰੋਂ ਲੈਂਦੇ ਨੇ, ਜ਼ਿਆਦਾ ਦੂਰੋਂ ਵੀ ਨਹੀਂ ਜਾਂਦੇ, ਜ਼ਿਆਦਾ ਦੂਰ ਨਹੀਂ ਜਾਂਦੇ। ਉਹ ਫਿਰ ਉਹਨੂੰ ਕਹਿਣਾ ਯਾਰ ਉੱਥੇ ਗਲੇ ਸਾਰੇ ਅਮਰੂਦ, ਉਹਨੇ ਕਹਿਣਾ ਉਹਨੇ ਕਿਹਾ ਅੱਛਾ ਯਾਰ ਅਸੀਂ ਅਮਰੂਦ ਥੋੜਾ ਲਿਆਣੇ ਕਰਨੇ, ਉਹ ਬਾਗ ਵਾਲਿਆਂ ਨੂੰ ਦੱਸਦੀ, ਉਹ ਖੁਦ ਹੀ ਕਹਿ ਦੇਗਾ ਆ ਜਾਓ ਯਾਰ ਮੈਂ ਤਾਰੀ ਗੱਲ ਕਰਾ ਦਾਂਗਾ ਜਿੰਨੀ ਮਰਜ਼ੀ ਚੁੱਕ ਕੇ ਲਿਆ ਜਾ। ਹਾਂ ਜੇ 2-4 ਰੁਪਏ ਦੇਣੇ ਵੀ ਪਏ ਤੇ ਕੋਈ ਗੱਲ ਨਹੀਂ, ਉਹ ਕੁਛ ਹੀ ਪੈਣ, ਉਹ ਸਗੋਂ ਕਹਿੰਦੇ ਸਾਡੀ ਸਫਾਈ ਥੱਲੇ ਹੋ ਜੇ, ਠੀਕ ਹੈ। ਇਸ ਵਾਸਤੇ ਕਿ ਤੁਸੀਂ ਅਮਰੂਦ ਗਲੇ ਫੜੇ ਲਿਆ ਕੇ ਤੇ ਸੁੱਟਣੇ ਕਰਨੇ ਨੇ, ਠੀਕ ਹੈ, ਤੇ ਉਹਦੇ ਨਾਲ ਤੁਹਾਡੀ ਖੁਰਾਕ ਤੇ ਮੁਰਗੀ ਦੇ ਵਿਟਾਮਿਨ ਵੀ ਕੈਲਸ਼ੀਅਮ ਪੂਰੇ ਹੁੰਦੇ ਰਹਿਣਗੇ, ਠੀਕ ਹੈ, ਬਿਲਕੁਲ। ਤੁਹਾਡੀ ਮੁਰਗੀ ਹੋਣੀ ਹੈ ਦੇਸੀ ਨੂੰ ਦੇਸੀ ਖੁਰਾਕ ਦਓਗੇ ਤਾਂ ਸੈੱਟ ਰਹੇਗੀ, ਠੀਕ ਹੈ। ਉਹ ਜ਼ਿਆਦਾ ਦੂਸਰੀ ਦੇਸੀ ਖੁਰਾਕ ਨਹੀਂ ਦੇਣੀ ਹੈਗੀ, ਕਣਕ ਬਾਜਰਾ ਜਵਾਰ ਵਾਲੀ, ਕਿਉਂਕਿ ਉਹਦੇ ਨਾਲ ਫਿਰ ਆਂਡਾ ਘਟਾ ਜਾਏਗੀ, ਉਹਦੇ ਨਾਲ ਆਂਡਾ ਘਟਾ ਹਾਂ ਉਹ ਨਹੀਂ ਦੇਣੀ ਹੈਗੀ। ਜਦੋਂ ਕਿਤੇ ਬਰਸਨ ਦਾ, ਜਦੋਂ ਮੁਰਗੀ ਵੇਖਾਂ ਤੁਸੀਂ ਪਾ ਡੇਢ ਪਾ ਦੀ ਦਿੱਤੀ ਆ, ਅੱਛਾ 1-2 ਮਹੀਨੇ ਤੁਸੀਂ ਨਾ ਉਹਦੇ ਨਾਲ ਬਰਸਨ ਨਾਲ ਵੀ ਕਰ, ਬਰਸੀਨ ਕੁਤਰ ਕੇ ਨਾ 2-2 ਟੋਕਰੀਆਂ ਉਹ ਵੀ ਤੁਸੀਂ ਬਾਹਰ, ਉਹ ਇਸ ਤਰ੍ਹਾਂ ਕਰਨਾ ਕਿ ਇੱਕ ਤੁਹਾਡਾ ਫਾਰਮ ਹੋਵੇ, ਫਾਰਮ ਦੇ ਵਿੱਚ ਜਿੱਥੇ ਜਾਲੀ ਲੱਗੀ ਹੋਣੀ ਹੈ 10-20 ਫੁੱਟ ਵਿੱਚ, ਠੀਕ ਹੈ, ਤੇ ਜਿੱਥੇ ਬਰਸਨ ਸੁੱਟਣਾ ਨਾ ਉਹ ਜਗ੍ਹਾ ਥੋੜੀ ਇੱਕ ਤੁਹਾਡੀ ਮਰਲਾ ਇੱਕ ਨਾ ਫਾਲਤੂ ਹੋਣੀ ਚਾਹੀਦੀ ਆ, ਠੀਕ ਹੈ, ਕਿ ਜਿੱਥੇ ਧੁੱਪ ਪਵੇ, ਠੀਕ ਹੈ। ਉਹਦੇ ਵਿੱਚ ਟੋਕਰੀ ਇੱਕ ਬਾਜਰੇ ਦੀ ਕੁਤਰ ਕੇ ਸੁੱਟ ਛੜੀ ਉਹਦੀ ਬਰਸਨ ਦੀ, ਉਹ ਬਰਸਨ ਦਾ ਰੱਜ ਮਾਰੇ ਕਰੇਗੀ ਮੁਰਗੀ, ਠੀਕ ਹੈ, ਤੇ ਬਾਅਦ ਫਿਰ ਇੰਟਰੋਡਕਸ਼ਨ ਨਹੀਂ ਕਰਨੀ, ਉਹਦੇ ਨਾਲ ਕੋਈ ਨੁਕਸਾਨ ਤੇ ਨਹੀਂ, ਉਹਦੇ ਚ ਨੁਕਸਾਨ ਕੋਈ ਨਹੀਂ, ਮੁਰਗੀ ਦਾ ਵਜ਼ਨ ਹੌਲਾ ਰਹੇਗਾ, ਲੇਕਿਨ ਚਰਬੀ ਨਹੀਂ ਪਏਗੀ, ਬਿਲਕੁਲ ਸੈੱਟ ਰਹੇਗੀ ਮੁਰਗੀ, ਆਂਡੇ 'ਚ ਕੋਈ ਕਮੀ ਤੇ ਨਹੀਂ ਆਏਗੀ, ਆਂਡੇ 'ਚ ਕਮੀ ਨਹੀਂ ਆਏਗੀ, ਲੇਕਿਨ ਖੁਰਾਕ ਦਾ ਤੁਹਾਡਾ ਅੱਧੋ ਅੱਧੀ ਖਰਚਾ ਘਟ ਜਾਏਗਾ ਜੀ, ਬਿਲਕੁਲ। ਤਾਂ ਕਿ ਜੇ ਤੁਹਾਡੀ ਮੁਰਗੀ 800-900 ਹਜ਼ਾਰ ਚ ਤਿਆਰ ਹੋਣੀ ਆ, ਹਾਂ ਠੀਕ ਹੈ, ਉਹ 500-600-700 ਚ ਤਿਆਰ ਹੋ ਜੇ, ਬਿਲਕੁਲ ਠੀਕ ਹੋ ਗਿਆ। ਤਾਂ ਕਿ ਤੁਸੀਂ ਸਿਆਲ ਦੇ ਵਿੱਚ ਵੇਚੋ, 1500 ਦੀ 2000 ਦੀ ਤੁਹਾਡੀ ਫੀ ਮੁਰਗੀ ਵਿਕ ਜੇ, ਮੁਰਗੀ ਵੀ ਵਿਕ ਜੇ, ਫਿਰ ਤੁਸੀਂ ਆਂਡਾ ਵੇਚਣ ਜਾ ਤੇ ਆਂਡਾ ਵੀ ਆਂਡਾ ਲੈ ਕੇ ਤੁਸੀਂ ਵੇਚ ਸਕਦੇ ਹੋ, ਵੇਚ ਜਾ। ਹੋਰ ਇਸ ਇਲਾਵਾ ਕੋਈ ਫਾਰਮੂਲਾ ਹੈ? ਇਹ ਤੁਹਾਨੂੰ ਸਿਰਫ ਤਾਂ ਦੱਸਿਆ ਕਿ ਤੁਹਾਡੇ ਖੁਰਾਕ ਦਾ ਖਰਚਾ ਘਟ ਜਾਏਗਾ, ਇੱਕ ਬੈੱਡ ਤੁਹਾਨੂੰ ਦੱਸਿਆ ਕਿ ਸੁੱਕਾ ਰੱਖਣਾ, ਬਿਲਕੁਲ, ਕਿਉਂਕਿ ਜਦੋਂ ਅੰਦਰ ਪੱਠੇ ਸੁੱਟੋਗੇ ਤੇ ਬੈੱਡ ਆਟੋਮੈਟਿਕ ਸਿੱਲਾ ਹੋਣਾ ਆਇਆ ਤੇ ਉਹਦੇ ਤੋਂ ਥੋੜੇ ਬਾਹਰ ਸੁੱਟੋਗੇ ਤੇ ਫਿਰ ਤੁਹਾਡਾ ਬੈੱਡ ਸਹੀ ਰਹੇਗਾ। ਹਾਂ ਤੁਸੀਂ ਜਿਹੜਾ ਤਾਂ ਕਿ ਉਹ ਬਾਅਦ ਦੀ ਆਬੋ ਹਵਾ ਲਏਗਾ, ਜਾਨਵਰ ਤੰਦਰੁਸਤ ਰਹੇਗਾ, ਠੀਕ ਹੈ। ਉਹਨੂੰ ਵੈਕਸੀਨ ਕਰਨ ਦੀ ਵੀ ਲੋੜ ਨਹੀਂ ਪਏਗੀ, ਠੀਕ ਹੈ। ਉਸ ਤੋਂ ਬਾਅਦ ਪਹਿਲੀ ਵੈਕਸੀਨ ਤੇ ਕਰਨੀ ਹੈ, ਉਹ ਪਹਿਲੇ ਆ ਕੇ ਕਰਨੀ ਹਾਂ ਠੀਕ ਹੈ। ਇਹ ਤੁਹਾਨੂੰ ਬਿਲਕੁਲ ਦੇਸੀ ਫਾਰਮੂਲੇ ਦੱਸਣੇ ਮੁਫਤ ਦੇ, ਸਿਰਫ ਤੁਹਾਡੀ ਮਿਹਨਤ ਹੋਵੇ, ਮਿਹਨਤ ਆ ਬਸ ਤੁਹਾਡੀ, ਮਿਹਨਤ ਆ, ਤਾਂ ਕਿ ਫਾਰਮੂਲੇ ਸਗੋਂ ਜੇ ਤੁਸੀਂ 100 ਮੁਰਗੀ ਤਿਆਰ ਕਰੋਗੇ ਉੱਥੇ ਤੁਸੀਂ 200 ਤਿਆਰ ਕਰ ਲਓ, 200 ਤਿਆਰ ਕਰ ਉਹਨੇ ਖਰਚੇ ਵਿੱਚ, ਬਿਲਕੁਲ ਠੀਕ ਹੈ। ਉਹ ਤੁਹਾਡੀ ਮਿਹਨਤ ਬਚ ਜਾਏਗੀ, ਤੇ ਇਹਦੇ ਵਾਸਤੇ ਇੰਨਾ ਟਾਈਮ ਨਹੀਂ ਤੁਸੀਂ ਦੇਣਾ, ਇਹ ਤੁਹਾਡੀਆਂ ਬੀਵੀਆਂ ਭੈਣਾਂ ਬੇਟੀਆਂ ਇਹ ਖੁਦ ਹੀ ਕਰ ਵੀ ਸਕਦੀ। 150 ਮੁਰਗੀ ਰੱਖਣੀ ਚਾਹੀਦੀ ਹਰ ਪਿੰਡ ਵਿੱਚ, ਹਰ ਬੰਦੇ ਨੂੰ 100 ਤੋਂ 50 ਮੁਰਗੀ ਲਾਜ਼ਮੀ ਰੱਖਣੀ ਚਾਹੀਦੀ ਹੈ, ਤਾਂ ਕਿ ਉਹ ਸਿਆਲ ਦਾ ਸੀਜ਼ਨ ਲੱਗ ਜਾਏਗਾ ਤੇ ਗਰਮੀਆਂ ਜਿਹਨੂੰ ਮਰਜ਼ੀ ਚੁਕਾ ਦੇ, ਜਦੋਂ ਮਰਜ਼ੀ ਵੇਚ ਦੇ, ਫੇਰੀਵਾਨ ਆਏ ਉਹਨੂੰ ਆਲਾ ਲੈ ਜਾ ਯਾਰ, ਉਹਨੇ ਸਾਰੀਆਂ ਗਰਮੀਆਂ ਜਦੋਂ ਆਂਡਾ ਤੁਹਾਡਾ ਨਹੀਂ ਵਿਕਣ ਡਿਆ ਉਹਨੇ ਸਾਰੀਆਂ ਚੁਕਾ ਦੇ, 2 ਮਹੀਨੇ ਰੈਸਟ ਕਰੋ, ਅੱਗੋਂ ਫਿਰ ਨਿੱਕੀ ਮੁਰਗੀ ਪਾ ਲਓ, ਫਿਰ ਪਾ ਲਓ ਜੁਲਾਈ ਅਗਸਤ ਚ। ਅਗਰ ਤੁਸੀਂ ਉਹਨੂੰ ਨਹੀਂ ਵੇਚਣਾ ਚਾਹੁੰਦੇ, ਅਗਰ ਤੁਸੀਂ ਨਹੀਂ ਵੇਚਣਾ ਚਾਹੁੰਦੇ, ਠੀਕ ਹੈ, ਉਹ ਕਿਸੇ ਤੁਸੀਂ ਦੁਕਾਨਦਾਰ ਨਾਲ ਰਾਬਤਾ ਕਰੋ ਕਿ ਬਲੈਲਰ ਦੇ ਰੇਟ ਦਾ ਕੋਈ ਦੇਸੀ ਆਂਡੇ ਲਈ ਜਾ, ਬਿਲਕੁਲ ਠੀਕ ਹੈ, ਉਹ ਵੀ ਤੁਹਾਡੇ 2-4 ਮਹੀਨੇ ਕਢਾ ਦੇਗਾ, ਉਹਦੇ 'ਚ ਵੀ ਕੋਈ ਨਹੀਂ ਹੈਗਾ, ਉਹ ਤੁਹਾਡੇ ਦੁੱਧ ਫਿਰ ਬਚ ਜਾਣੇ ਨੇ, ਕਿਉਂਕਿ ਅਗਰ ਤੁਸੀਂ ਫੀਡ ਤੇ ਆਂਡਾ ਲਵੋਗੇ ਤੇ ਫਿਰ ਤੁਹਾਨੂੰ 12-13 ਰੁਪਏ ਫੀਡ, 13-14 ਰੁਪਏ ਫੀਡ ਤੇ ਪੈਣੇ, ਤੇ 20-25 ਰੁਪਏ ਦਾ ਆਂਡਾ ਬਲੈਲਰ ਦਾ ਗਰਮੀ 'ਚ ਵਿਕਦਾ ਹੀ ਵਿਕਦਾ ਪਿਆ, 25 ਰੁਪਏ ਦਾ ਵਿਕਦਾ ਹੀ ਵਿਕਦਾ ਪਿਆ। ਜਦੋਂ ਵੇਖੋ ਨਾ ਸਾਉਣ ਭਾਦੋਂ ਜਾਂ ਸਿਆਲ 'ਚ ਅਮਰੂਦਾਂ ਸੀਜ਼ਨ, ਤੇ ਉਦੋਂ ਆਂਡਾ ਵੀ ਲਵੋ, ਇੱਕ ਟਾਈਮ ਖੁਰਾਕ ਪਾਓ ਆਂਡੇ ਵਾਲੀ, ਇੱਕ ਟਾਈਮ ਤੁਸੀਂ ਦੂਸਰਾ ਦੇਸੀ ਕੰਮ ਕਰੋ, ਦੇਸੀ ਚੀਜ਼ਾਂ ਲਿਆ ਕੇ ਸੁੱਟੋ, ਤਾਂ ਕਿ ਜੇ ਤੁਹਾਨੂੰ 12-13 ਰੁਪਏ ਦਾ ਆਂਡਾ ਤੁਹਾਨੂੰ ਆਂਡਾ 6 ਰੁਪਏ ਦਾ ਪੈ ਜਾਏ, 5-6 ਰੁਪਏ ਦਾ ਪੈ ਜਾਏ, 2 ਮਹੀਨੇ ਜੇ ਤੁਹਾਡੇ ਸਿਆਲ ਦੇ ਆਂਡੇ ਅੱਜ ਚੱਲਦਾ ਅਮਰੂਦ, 2 ਮਹੀਨੇ ਦੀ ਉਹ ਖੁਰਾਕ ਤੁਹਾਡੀ ਬਚੇ, 2 ਮਹੀਨੇ ਤੁਹਾਡੀ ਗਰਮੀਆਂ ਦੀ ਬਚੇ, ਠੀਕ ਹੈ। ਮੁਰਗੀ ਨੂੰ ਤਿਆਰ ਕਰਨ ਦਾ ਫਾਰਮੂਲਾ ਜਿਹੜਾ ਸੀ ਭਾਈ ਨੇ ਦੱਸ ਦਿੱਤਾ ਤੁਹਾਨੂੰ, ਠੀਕ ਹੈ ਨਾ, ਤੇ ਇਸ ਕਰਕੇ ਇਹਨਾਂ ਤੇ ਚੀਜ਼ਾਂ ਤੇ ਤੁਸੀਂ ਅਮਲ ਕਰੋਗੇ ਤਾਂ ਅੱਲਾਹ ਕਰੇ ਕਿ ਤੁਹਾਡੀ ਮੁਰਗੀ ਥੋੜੇ ਪੈਸੇ ਸੀ ਤਿਆਰ ਹੋ ਜਾਏਗੀ, ਔਰ ਚੰਗੀ ਤਿਆਰ ਹੋ ਜਾਏਗੀ। ਉਸ ਕਿਸ ਤਰ੍ਹਾਂ ਲੱਗੀ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਅਸੀਂ ਨਾਲ ਅਸੀਂ ਜ਼ਿਆਦਾ ਚਾਹਾਂਗੇ। ਅੱਲਾਹ ਹਾਫਿਜ਼।